ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਦੋਸਤੋ, ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਬਹੁਤ-ਬਹੁਤ ਸਵਾਗਤ ਹੈ। ਅਸੀਂ ਪਰਮੇਸ਼ਰ ਪਿਤਾ ਦਾ ਧੰਨਵਾਦ ਕਰਦੇ ਹਾਂ ਕਿ ਉਹਨੇ ਸਾਨੂੰ ਇੱਕ ਹੋਰ ਮੌਕਾ ਬਖਸ਼ਿਆ ਕਿ ਅਸੀਂ ਤੁਹਾਡੇ ਸਾਹਮਣੇ ਪਰਮੇਸ਼ਰ ਦੇ ਵਚਨ ਨੂੰ ਲੈ ਕੇ ਹਾਜ਼ਰ ਹੋਈਏ। ਦੋਸਤੋ, ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਦਾਨੀਏਲ ਨਬੀ ਦੀ ਪੁਸਤਕ ਦੇ 8 ਅਧਿਆਏ ਦੀ 22 ਆਇਤ ਤੋਂ ਲੈ ਕੇ 27 ਆਇਤ ਦੇ ਵਚਨਾਂ ਦੇ ਉੱਤੇ ਗੌਰ ਕਰ ਰਹੇ ਸੀ। ਇਹਨਾਂ ਆਇਤਾਂ ਵਿੱਚੋਂ ਹੁਣ ਤੱਕ ਦਾਨੀਏਲ ਨਬੀ ਦੀ ਭਵਿੱਖਬਾਣੀ ਦੇ ਅਨੁਸਾਰ ਸੰਸਾਰ ਨੂੰ ਪ੍ਰਭਾਵਿਤ ਕਰਨ ਵਾਲਿਆਂ ਦੋ ਪ੍ਰਮੁੱਖ ਸ਼ਖਸੀਅਤਾਂ ਬਾਰੇ ਜਾਣਿਆ। ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਅਸੀਂ ਮਸੀਹ ਵਿਰੋਧੀ ਦੇ ਪ੍ਰਗਟ ਹੋਣ ਬਾਰੇ ਜਾਣਿਆ। ਅਸੀਂ ਜਾਣਿਆ ਕਿ ਉਹ ਬੜੇ ਹੀ ਨਾਟਕੀ ਰੂਪ ਦੇ ਵਿੱਚ ਇਸ ਧਰਤੀ ਦੇ ਉੱਤੇ ਪ੍ਰਗਟ ਹੋਏਗਾ ਅਤੇ ਬੜੀ ਚਤੁਰਾਈ ਅਤੇ ਧੋਖੇਬਾਜ਼ੀ ਦੇ ਨਾਲ ਇਸ ਸੰਸਾਰ ਦੇ ਉੱਤੇ ਰਾਜ ਕਰੇਗਾ ਅਤੇ ਉਹ ਆਪਣੇ ਆਪ ਨੂੰ ਪਰਮੇਸ਼ਵਰ ਦੇ ਤੁਲ ਬਣਾਏਗਾ। ਉਸ ਦੇ ਰਾਜ ਦੇ ਸਾਲ ਬੜੇ ਹੀ ਭਿਆਨਕ ਹੋਣਗੇ। ਸਾਡੇ ਅੱਜ ਦੇ ਅਧਿਐਨ ਪ੍ਰੋਗਰਾਮ ਦੇ ਵਿੱਚ ਅਸੀਂ ਦਾਨੀਏਲ ਨਬੀ ਦੀ ਪੁਸਤਕ ਦੇ 9 ਅਧਿਆਏ ਦੇ ਉੱਤੇ ਗੌਰ ਕਰਾਂਗੇ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਜੀਵਨ ਬਦਲਣ ਵਾਲੀ ਪ੍ਰਾਰਥਨਾ ਦੇ ਬਾਰੇ ਜਾਣਾਂਗੇ। ਸਾਡੇ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਇਸ ਪ੍ਰਕਾਰ ਹੋਏਗੀ। ਨੰਬਰ 1, ਜੀਵਨ ਬਦਲਣ ਵਾਲੀ ਪ੍ਰਾਰਥਨਾ ਪਰਮੇਸ਼ਵਰ ਦੇ ਵਚਨ ਦੇ ਨਾਲ ਹੁੰਦੀ ਹੈ। ਨੰਬਰ 2, ਜੀਵਨ ਬਦਲਣ ਵਾਲੀ ਪ੍ਰਾਰਥਨਾ ਪਰਮੇਸ਼ਵਰ ਦੀ ਇੱਛਾ ਨਾਲ ਨਾਪੀ ਜਾਂਦੀ ਹੈ। ਨੰਬਰ 3, ਜੀਵਨ ਬਦਲਣ ਵਾਲੀ ਪ੍ਰਾਰਥਨਾ ਸਾਡੇ ਪਰਮੇਸ਼ਵਰ ਦੇ ਨਾਲ ਚੱਲਣ ਨਾਲ ਜ਼ਾਹਿਰ ਹੁੰਦੀ ਹੈ। ਇਸ ਦੇ ਵਿੱਚ ਆਪਾਂ ਦੇਖਾਂਗੇ ਪ੍ਰਾਰਥਨਾ ਵਿੱਚ ਦਾਨੀਏਲ ਦੀ ਬਨਬਰਸਤਾ, ਪ੍ਰਾਰਥਨਾ ਵਿੱਚ ਦਾਨੀਏਲ ਦੀ ਤੀਬਰਤਾ। ਸੋ ਦੋਸਤੋ, ਤਾਂ ਫਿਰ ਆਓ ਆਪਣੇ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ। ਪਰ ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਪ੍ਰੋਗਰਾਮ ਨੂੰ ਸ਼ੁਰੂ ਕਰੀਏ, ਆਓ ਆਪਣੇ ਮਨਾਂ ਨੂੰ ਪਰਮੇਸ਼ਰ ਦੇ ਵਚਨ ਦੇ ਲਈ ਤਿਆਰ ਕਰੀਏ। ਸਾਰੇ ਔਗੁਣ ਸਦਾ ਉਹ ਤਨ ਜੀ ਦੇ ਬਖਸ਼ੇ ਗਏ ਸਭ ਗੁਨਾਹ ਤੇ ਢਕੇ ਗਏ ਸਾਰੇ ਔਗੁਣ ਸਦਾ। ਪਾਪਾਂ ਦਾ ਕਰਦਾ ਹਿਸਾਬ, ਨਾ ਰੱਬ ਜੀ ਦੇ ਪਾਪਾਂ ਦਾ ਕਰਦਾ ਹਿਸਾਬ। ਉਹ ਤਨ ਹੈ ਕਿ ਦਿਲ ਉਹਦਾ ਨਹੀਂ ਖਰਾਬ, ਉਹ ਤਨ ਹੈ ਕਿ ਦਿਲ ਉਹਦਾ ਨਹੀਂ ਖਰਾਬ। ਉਹ ਤਨ ਜੀ ਦੇ ਬਖਸ਼ੇ ਗਏ ਸਭ ਗੁਨਾਹ ਤੇ ਢਕੇ ਗਏ ਸਾਰੇ ਔਗੁਣ ਸਦਾ।
ਜਦ ਚੁੱਪ ਰਿਹਾ ਤਦ ਮੇਰੀ ਹੱਡੀਆਂ, ਮੈਂ ਜਦ ਚੁੱਪ ਰਿਹਾ ਤਦ ਮੇਰੀ ਹੱਡੀਆਂ ਕਰਾਹਦੇ ਹੋਏ ਸਾਰਾ ਦਿਨ ਭੁੱਲ ਗਿਆ, ਕਰਾਹਦੇ ਹੋਏ ਸਾਰਾ ਦਿਨ ਭੁੱਲ ਗਿਆ। ਉਹ ਤਨ ਜਿਹਦੇ ਬਖਸ਼ੇ ਗਏ ਸਭ ਗੁਨਾਹ ਤੇ ਢਕੇ ਗਏ ਸਾਰੇ ਔਗੁਣ ਸਦਾ। ਗੁਨਾਹ ਦਾ ਇਕਰਾਰ, ਤੇਰੇ ਕੋਲ ਕੀਤਾ ਗੁਨਾਹ ਦਾ ਇਕਰਾਰ। ਇਹ ਮੰਨ ਲਿਆ ਮੈਂ ਤੇ ਹਾਂ ਡਾਢਾ ਬਦਕਾਰ, ਇਹ ਮੰਨ ਲਿਆ ਮੈਂ ਤੇ ਹਾਂ ਡਾਢਾ ਬਦਕਾਰ। ਉਹ ਤਨ ਜਿਹਦੇ ਬਖਸ਼ੇ ਗਏ ਸਭ ਗੁਨਾਹ ਤੇ ਢਕੇ ਗਏ ਸਾਰੇ ਔਗੁਣ ਸਦਾ। ਉਹ ਤਨ ਜਿਹਦੇ ਬਖਸ਼ੇ ਗਏ ਸਭ ਗੁਨਾਹ ਤੇ ਢਕੇ ਗਏ ਸਾਰੇ ਔਗੁਣ ਸਦਾ। ਸਰੋਤਾ ਦੋਸਤੋ, ਅੱਜ ਦੇ ਇਸ ਦਿਸ਼ਾ ਪ੍ਰਵਰਤਨ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੇ ਵਚਨ ਦੀ ਰੂਪਰੇਖਾ ਇਸ ਪ੍ਰਕਾਰ ਹੈ। ਨੰਬਰ 1, ਜੀਵਨ ਬਦਲਣ ਵਾਲੀ ਪ੍ਰਾਰਥਨਾ ਪਰਮੇਸ਼ਰ ਦੇ ਵਚਨ ਨਾਲ ਹੁੰਦੀ ਹੈ। ਨੰਬਰ 2, ਜੀਵਨ ਬਦਲਣ ਵਾਲੀ ਪ੍ਰਾਰਥਨਾ ਪਰਮੇਸ਼ਰ ਦੀ ਇੱਛਾ ਨਾਲ ਨਾਪੀ ਜਾਂਦੀ ਹੈ। ਨੰਬਰ 3, ਜੀਵਨ ਬਦਲਣ ਵਾਲੀ ਪ੍ਰਾਰਥਨਾ ਸਾਡੇ ਪਰਮੇਸ਼ਰ ਨਾਲ ਚੱਲਣ ਵਿੱਚ ਜ਼ਾਹਿਰ ਹੁੰਦੀ ਹੈ। ਭਾਗ ਊੜਾ, ਪ੍ਰਾਰਥਨਾ ਵਿੱਚ ਦਾਨੀਏਲ ਦੀ ਬਰੰਬਰਤਾ। ਭਾਗ ਐੜਾ, ਪ੍ਰਾਰਥਨਾ ਵਿੱਚ ਦਾਨੀਏਲ ਦੀ ਤੀਬਰਤਾ। ਮੈਂ ਚਾਹੁੰਦਾ ਹਾਂ ਤੁਸੀਂ ਆਪਣੀ ਬਾਈਬਲ ਵਿੱਚ ਦਾਨੀਏਲ ਦੀ ਕਿਤਾਬ ਦਾ 9ਵਾਂ ਅਧਿਆਇ ਖੋਲ੍ਹੋ। ਅਸੀਂ ਹੁਣ ਕਰਮ ਅਨੁਸਾਰ ਇਸ ਅਧਿਆਇ ਦੇ ਪਹਿਲੇ ਭਾਗ ਵਿੱਚ ਅਤੇ ਇਸ ਦੇ ਬਾਅਦ ਦੂਜੇ ਭਾਗ ਵਿੱਚ ਜਾਵਾਂਗੇ। ਦਾਨੀਏਲ ਦੀ ਕਿਤਾਬ ਦਾ 9ਵਾਂ ਅਧਿਆਇ ਪੂਰੀ ਬਾਈਬਲ ਦਾ ਸਭ ਤੋਂ ਵੱਡਾ ਅਧਿਆਇ ਹੈ। ਇਸ ਅਧਿਆਇ ਦੀ ਬਹੁਤ ਮਹੱਤਤਾ ਹੈ, ਇਸ ਲਈ ਇਸ ਨੂੰ ਸਮਝਣ ਲਈ ਕੁਝ ਸਮੇਂ ਲੱਗੇਗਾ। ਪਹਿਲੇ ਅਧਿਆਇ ਦੇ ਪਹਿਲੇ ਭਾਗ ਨੂੰ ਅਸੀਂ ਪ੍ਰਾਰਥਨਾ ਨਾਲ ਜੋੜ ਕੇ ਵੇਖਾਂਗੇ। ਮੈਂ ਦਾਨੀਏਲ ਦੇ 9ਵੇਂ ਅਧਿਆਇ ਦੀ ਪਹਿਲੀਆਂ ਕੁਝ ਐਤਾਂ ਨੂੰ ਪੜ੍ਹਨਾ ਸ਼ੁਰੂ ਕਰਦਾ ਹਾਂ। ਤੁਸੀਂ ਆਪਣੀ ਬਾਈਬਲ ਵਿੱਚ ਪੜ੍ਹੋ। ਅਹਸ਼ਬਰੋਸ਼ ਦੇ ਪੁੱਤਰ ਦਾਰਾ ਦੇ ਪਹਿਲੇ ਵਰ੍ਹੇ ਵਿੱਚ, ਜੋ ਮਾਦੀ ਵੰਸ਼ ਦਾ ਸੀ, ਨਾਲੇ ਕਸਦੀਆਂ ਦੇ ਰਾਜ ਉੱਤੇ ਰਾਜਾ ਠਹਿਰਾਇਆ ਹੋਇਆ ਸੀ, ਉਸ ਦੇ ਰਾਜ ਦੇ ਪਹਿਲੇ ਵਰ੍ਹੇ ਵਿੱਚ ਮੈਂ ਦਾਨੀਏਲ ਨੂੰ ਪੋਥੀਆਂ ਵਿੱਚੋਂ ਉਹਨਾਂ ਵਰ੍ਹਿਆਂ ਦਾ ਲੇਖਾ ਜਾਣਿਆ ਜਿਨ੍ਹਾਂ ਲਈ ਯਹੋਵਾ ਦੀ ਬਾਣੀ ਜ਼ਰਮੀਆ ਨਬੀ ਨੂੰ ਆਈ ਸੀ, ਭਾਈ ਉਹ ਯਰੂਸ਼ਲਮ ਦੇ ਉਜਾੜਨ ਦੇ 70 ਵਰ੍ਹੇ ਪੂਰੇ ਹੋਣ। ਮੈਂ ਆਪਣਾ ਮੂੰਹ ਪ੍ਰਭੂ ਪਰਮੇਸ਼ਰ ਵੱਲ ਕੀਤਾ ਅਤੇ ਬੇਨਤੀਆਂ ਤਰਲੇ ਕਰਕੇ ਔਰ ਵਰਤ ਰੱਖ ਕੇ ਤੱਪੜ ਅਤੇ ਸਵਾਹ ਸਣੇ ਉਹਦੀ ਭਾਲ ਕੀਤੀ। ਅਤੇ ਮੈਂ ਯਹੋਵਾ ਆਪਣੇ ਪਰਮੇਸ਼ਰ ਅੱਗੇ ਅਰਦਾਸ ਕੀਤੀ। ਨਾਲੇ ਮੈਂ ਮੰਨ ਲਿਆ ਅਤੇ ਆਖਿਆ, ਹੇ ਪ੍ਰਭੂ, ਜਿਹੜਾ ਵੱਡਾ ਅਤੇ ਭਿਆਨਕ ਪਰਮੇਸ਼ਰ ਹੈ ਅਤੇ ਉਸ ਨੇਮ ਨੂੰ ਆਪਣੇ ਪ੍ਰੀਤਮਾਂ ਨਾਲ ਅਤੇ ਜਿਹੜੇ ਤੇਰੇ ਆਗਿਆਕਾਰੀ ਹਨ ਉਹਨਾਂ ਦੇ ਨਾਲ ਚੇਤੇ ਰੱਖਦਾ ਹੈ ਅਤੇ ਉਹਨਾਂ ਤੇ ਦਇਆ ਰੱਖਦਾ ਹੈ। ਅਸਾਂ ਪਾਪ ਕੀਤੇ, ਅਸਾਂ ਟੇਢੇ ਕੰਮ ਕੀਤੇ, ਅਸਾਂ ਬਦੀ ਕੀਤੀ, ਅਸਾਂ ਸਿਰ ਝੁਕਾਇਆ, ਜੋ ਅਸੀਂ ਤੇਰੀਆਂ ਆਗਿਆਵਾਂ ਅਤੇ ਤੇਰੇ ਨਿਯਮਾਂ ਤੋਂ ਫਿਰ ਗਏ ਹਾਂ। ਅਤੇ ਅਸਾਂ ਤੇਰੇ ਸੇਵਕ ਨਬੀਆਂ ਨੂੰ ਨਾ ਮੰਨਿਆ, ਜਿਨ੍ਹਾਂ ਨੇ ਤੇਰਾ ਨਾਮ ਲੈ ਕੇ ਸਾਡੇ ਪਾਤਸ਼ਾਹਾਂ, ਸਾਡੇ ਸ਼ਹਿਜ਼ਾਦਿਆਂ ਅਤੇ ਸਾਡੇ ਪਿਓ ਦਾਦਿਆਂ ਅਤੇ ਸਾਡੇ ਦੇਸ਼ ਦੇ ਸਭਨਾਂ ਲੋਕਾਂ ਨੂੰ ਬਾਣੀ ਸੁਣਾਈ। ਹੇ ਪ੍ਰਭੂ, ਧਰਮ ਤੇਰਾ ਹੀ ਹੈ, ਪਰ ਸਾਡੇ ਲਈ ਮੂੰਹ ਚੁਰਾਉਣਾ ਜਿਵੇਂ ਅੱਜ ਦਾ ਦਿਨ ਹੈ। ਹਾਂ, ਯਹੂਦਾ ਦੀਆਂ ਲੋਕਾਂ ਦੇ ਅਤੇ ਯਰੂਸ਼ਲਮ ਦੇ ਵਸਣ ਵਾਲਿਆਂ ਦੇ ਅਤੇ ਸਭਨਾਂ ਇਸਰਾਏਲੀਆਂ ਦੇ ਲਈ ਜੋ ਨੇੜੇ ਹਨ,
ਅਤੇ ਜਿਹੜੇ ਦੂਰ ਹਨ ਉਹਨਾਂ ਸਭਨਾਂ ਦੇਸ਼ਾਂ ਵਿੱਚ ਜਿੱਥੇ ਕਿਤੇ ਹੈ, ਤਾਂ ਉਹਨਾਂ ਦੇ ਔਗਣ ਦੇ ਕਾਰਨ ਜੋ ਉਹਨਾਂ ਨੇ ਤੇਰੇ ਅੱਗੇ ਕੀਤੇ, ਤੂੰ ਉਹਨਾਂ ਨੂੰ ਖਿਡਾ ਦਿੱਤਾ। ਹੇ ਪ੍ਰਭੂ, ਮੂੰਹ ਚੁਰਾਉਣਾ ਸਾਡੇ ਲਈ ਅਤੇ ਪਾਤਸ਼ਾਹ ਅਤੇ ਸ਼ਹਿਜ਼ਾਦਿਆਂ ਔਰ ਸਾਡੇ ਪਿਓ ਦਾਦਿਆਂ ਲਈ ਹੈ, ਜੋ ਅਸੀਂ ਤੇਰੇ ਪਾਪੀ ਹੋਏ। ਪ੍ਰਭੂ, ਸਾਡੇ ਪਰਮੇਸ਼ਰ ਦੀਆਂ ਦਇਆ ਅਤੇ ਖਿਮਾ ਹਨ। ਅਸਾਂ ਭਾਵੇਂ ਉਹਦੇ ਅੱਗੇ ਸਿਰ ਚੁੱਕਿਆ, ਅਸਾਂ ਯਹੋਵਾ ਆਪਣੇ ਪਰਮੇਸ਼ਰ ਦਾ ਬੋਲ ਨਾ ਸੁਣਿਆ, ਜੋ ਉਹਦੇ ਕਾਨੂੰਨ ਉੱਤੇ ਚੱਲੀਏ, ਜਿਹਨੂੰ ਉਸਨੇ ਆਪਣੇ ਸੇਵਕ ਨਬੀਆਂ ਦੇ ਰਾਹੀਂ ਸਾਡੇ ਅੱਗੇ ਰੱਖ ਦਿੱਤਾ। ਹਾਂ, ਸਾਰਾ ਇਸਰਾਏਲ ਤੇ ਬਵਿਸਥਾ ਤੋਂ ਫਿਰ ਗਿਆ ਹੈ ਅਤੇ ਮੁੜ ਗਿਆ ਹੈ, ਜੋ ਤੇਰੇ ਬੋਲ ਨਾ ਮੰਨੇ। ਸੋ ਇਸ ਕਰਕੇ ਉਹ ਫਟਕਾਰ ਸਾਡੇ ਉੱਤੇ ਆਣ ਪਈ ਅਤੇ ਉਹ ਸਹੁੰ ਵੀ ਜੋ ਪਰਮੇਸ਼ਰ ਦੇ ਸੇਵਕ ਮੂਸਾ ਦੀ ਬਵਿਸਥਾ ਵਿੱਚ ਲਿਖੀ ਹੈ। ਇਸ ਲਈ ਅਸਾਂ ਜੋ ਉਸ ਦਾ ਪਾਪ ਕੀਤਾ ਅਤੇ ਉਹਨੇ ਆਪਣੀਆਂ ਉਹ ਗੱਲਾਂ ਜੋ ਉਹਨੇ ਅਸਾਂ ਲੋਕਾਂ ਦੇ ਨਾਲ ਅਤੇ ਸਾਡੇ ਨਿਆਂਇਆਂ ਦੇ ਨਾਲ ਜੋ ਸਾਡੇ ਨਿਉ ਕਰਦੇ ਸਨ ਆਖੀਆਂ ਸਨ, ਸੋ ਪੂਰੀਆਂ ਕੀਤੀਆਂ, ਜੋ ਉਹਨੇ ਸਾਡੇ ਅੱਗੇ ਵੱਡੀ ਬਿਪਤਾ ਪਾਈ, ਕਿਉਂ ਜੋ ਸਾਰੇ ਆਕਾਸ਼ ਹੇਠਾਂ ਅਜਿਹੀ ਗੱਲ ਨਹੀਂ ਹੋਈ ਜਿਹੀ ਯਰੂਸ਼ਲਮ ਨਾਲ ਹੋਈ ਹੈ। ਜਿਸ ਤਰ੍ਹਾਂ ਮੂਸਾ ਦੀ ਬਵਿਸਥਾ ਵਿੱਚ ਲਿਖੀਆਂ ਹਨ, ਉਸੇ ਤਰ੍ਹਾਂ ਸਾਰੀਆਂ ਬਿਪਤਾਂ ਸਾਡੇ ਉੱਤੇ ਆਣ ਪਈਆਂ। ਤਦ ਵੀ ਅਸਾਂ ਯਹੋਵਾ ਆਪਣੇ ਪਰਮੇਸ਼ਰ ਦੇ ਅੱਗੇ ਅਰਦਾਸ ਨਾ ਕੀਤੀ, ਜੋ ਅਸਾਂ ਆਪਣੀਆਂ ਟੇਢੇ ਕੰਮਾਂ ਤੋਂ ਹਟੀਏ ਅਤੇ ਤੇਰੀ ਸੱਚਾਈ ਵਿੱਚ ਸੁਚੇਤ ਹੋਈਏ। ਇਸ ਲਈ ਯਹੋਵਾ ਬਦੀ ਨੂੰ ਤੱਕਦਾ ਰਿਹਾ ਅਤੇ ਉਹਨੇ ਸਾਡੇ ਉੱਤੇ ਉਪਾਅ ਵੀ ਦਿੱਤੀ, ਕਿਉਂ ਜੋ ਯਹੋਵਾ ਸਾਡਾ ਪਰਮੇਸ਼ਰ ਆਪਣੇ ਸਭਨਾਂ ਕੰਮਾਂ ਵਿੱਚ ਜੋ ਉਹ ਕਰਦਾ ਹੈ ਸੱਤ ਹੈ। ਪਰ ਅਸਾਂ ਉਹਦਾ ਬੋਲ ਨਾ ਮੰਨਿਆ ਅਤੇ ਹੁਣ ਹੇ ਪ੍ਰਭੂ, ਸਾਡੇ ਪਰਮੇਸ਼ਰ, ਜੋ ਵੱਲ ਵਾਲੀ ਬਾਂਹ ਨਾਲ ਆਪਣੀ ਪ੍ਰਜਾ ਨੂੰ ਮਿਸਰ ਦੇ ਦੇਸ਼ ਵਿੱਚੋਂ ਬਾਹਰ ਕੱਢ ਲਿਆਇਆ, ਅਤੇ ਤੈਂ ਆਪਣਾ ਨਾਮ ਵੱਡਾ ਕੀਤਾ, ਜਿਵੇਂ ਅੱਜ ਦੇ ਦਿਨ ਹੈ। ਅਸਾਂ ਪਾਪ ਕੀਤੇ, ਅਸਾਂ ਟੇਢੇ ਕੰਮ ਕੀਤੇ। ਲਿਓਨਾਰਡ ਰੈਵਨਹਿਲ ਇੱਕ ਮਹਾਨ ਪੁਰਖ ਹੈ, ਜੋ ਪਰਮੇਸ਼ਰ ਦਾ ਦਾਸ ਹੈ, ਜਿਸ ਨੇ ਪ੍ਰਾਰਥਨਾ ਉੱਪਰ ਕਈ ਕਿਤਾਬਾਂ ਲਿਖੀਆਂ ਹਨ। ਉਸ ਨੇ ਲਿਖਿਆ ਹੈ, ਸਾਡੇ ਕੋਲ ਕਈ ਪ੍ਰਬੰਧਕ ਹਨ, ਪਰ ਕਸ਼ਟ ਸਹਿਣ ਵਾਲਾ ਕੋਈ ਨਹੀਂ ਹੈ। ਸਾਡੇ ਕੋਲ ਕਈ ਖਿਲਾੜੀ ਅਤੇ ਦੇਣ ਵਾਲੇ ਹਨ, ਪਰ ਪ੍ਰਾਰਥਨਾ ਕਰਨ ਵਾਲੇ ਥੋੜੇ ਹਨ। ਬਹੁਤ ਸਾਰੇ ਪਾਸਟਰ ਹਨ, ਪਰ ਮੁਕਾਬਲਾ ਕਰਨ ਵਾਲੇ ਥੋੜੇ ਹਨ। ਬਹੁਤ ਡਰਨ ਵਾਲੇ ਹਨ, ਪਰ ਆਂਸੂ ਬਹਾਉਣ ਵਾਲੇ ਥੋੜੇ ਹਨ। ਨੁਕਤਾਚੀਨੀ ਕਰਨ ਵਾਲੇ ਬਹੁਤ ਹਨ, ਪਰ ਪੰਚ ਬਹੁਤ ਥੋੜੇ ਹਨ। ਬਹੁਤ ਲੇਖਕ ਹਨ, ਪਰ ਲੜਾਕੂ ਥੋੜੇ ਹਨ। ਇਹ ਹੀ ਕਾਰਨ ਹੈ ਜੋ ਅਸੀਂ ਹਰ ਜਗ੍ਹਾ ਅਸਫਲ ਹੋ ਰਹੇ ਹਾਂ। ਇਹ ਸਭ ਕਰਨਾ ਔਖਾ ਤਾਂ ਹੈ, ਪਰ ਸੱਤ ਹੈ। ਜੇ ਤੁਸੀਂ ਇਸ ਨੂੰ ਸੱਤ ਨਹੀਂ ਮੰਨਦੇ, ਤਾਂ ਤੁਸੀਂ ਆਪਣੇ ਆਸ-ਪਾਸ ਝਾਕ ਕੇ ਵੇਖੋ ਅਤੇ ਯਤਨ ਕਰੋ ਕਿ ਤੁਹਾਨੂੰ ਕਿਸੇ ਜਗ੍ਹਾ ਸਹੀ ਰੂਪ ਵਿੱਚ ਪ੍ਰਾਰਥਨਾ ਕਰਦੇ ਲੋਕ ਨਜ਼ਰ ਆਉਂਦੇ ਹਨ, ਕਿ ਉਹ ਪਰਮੇਸ਼ਰ ਦੀ ਆਸ਼ੀਸ਼ ਆਪਣੀ ਕਲੀਸਿਆ ਲਈ ਅਤੇ ਆਪਣੀ ਸੇਵਕਾਈ ਲਈ ਲੈ ਰਹੇ ਹਨ। ਰੈਵਨਹਿਲ ਨੇ ਆਪਣੇ ਇੱਕ ਲੇਖ ਵਿੱਚ ਲਿਖਿਆ ਹੈ ਕਿ ਇਸ ਤਰ੍ਹਾਂ ਲੱਗਦਾ ਹੈ ਅਸੀਂ ਆਪਣੇ ਪਿਓ ਦਾਦਿਆਂ ਦੇ ਇਤਿਹਾਸਿਕ ਵਿਸ਼ਵਾਸ ਨੂੰ ਭੁੱਲ ਚੁੱਕੇ ਹਾਂ ਅਤੇ ਉਸ ਦੀ ਜਗ੍ਹਾ ਸਾਨੂੰ ਆਪਣੇ ਸਾਥੀਆਂ ਦੇ ਲਈ ਬੇਹੋਸ਼ੀ ਦਾ ਦੌਰਾ ਪੈ ਚੁੱਕਾ ਹੈ। ਉਸ ਨੇ ਬਿਲਕੁਲ ਠੀਕ ਲਿਖਿਆ ਹੈ। ਜਦ ਅਸੀਂ ਪਰਮੇਸ਼ਰ ਨਾਲ ਆਪਣਾ ਸੰਬੰਧ ਤੋੜ ਲਿਆ ਹੈ, ਤਾਂ ਸਾਨੂੰ ਜੋ ਕਰਨਾ ਚਾਹੀਦਾ ਹੈ ਉਹ ਅਸੀਂ ਨਹੀਂ ਕਰ ਸਕਦੇ। ਪਰਮੇਸ਼ਰ ਚਾਹੁੰਦਾ ਹੈ ਅਸੀਂ ਆਪਣੇ ਜੀਵਨ ਵਿੱਚੋਂ ਗੰਦਗੀ ਨੂੰ ਕੱਢੀਏ, ਤਾਂ ਕਿ ਅਸੀਂ ਅਪਰਾਧੀ ਨਾ ਸਿੱਧ ਹੋ ਜਾਈਏ। ਪਰਮੇਸ਼ਰ ਨੇ ਤਾਂ ਇਹ ਆਖਿਆ ਹੈ, ਅਤੇ ਜੇ ਅਸੀਂ ਉਸ ਦੇ ਸੇਵਕ ਹਾਂ, ਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਉਸ ਦੇ ਸੰਦੇਸ਼ ਨੂੰ ਮੰਨੀਏ ਅਤੇ ਦੂਜਿਆਂ ਨੂੰ ਵੀ ਮੰਨਣਾ ਸਿਖਾਈਏ, ਜਿਸ ਤਰ੍ਹਾਂ ਕਿ ਸ਼ਾਸਤਰ ਸਾਨੂੰ ਦੱਸਦਾ ਹੈ। ਜਦ ਅਸੀਂ ਦਾਨੀਏਲ ਦੀ ਕਿਤਾਬ ਦੇ 9ਵੇਂ ਅਧਿਆਏ ਵਿੱਚ ਆਉਂਦੇ ਹਾਂ, ਤੇ ਸਾਨੂੰ ਜ਼ਰੂਰਤ ਹੈ ਕਿ ਸਭ ਤੋਂ ਪਹਿਲਾਂ ਅਸੀਂ ਸਮਝੀਏ ਕਿ ਇਹ ਕਰਮ ਅਨੁਸਾਰ ਨਹੀਂ ਹੈ। ਅਸੀਂ ਆਖ ਰਹੇ ਸੀ ਕਿ ਜਦ ਅਸੀਂ ਇਸ ਕਿਤਾਬ ਦੇ ਦੂਜੇ ਭਾਗ ਵਿੱਚ ਪਹੁੰਚ ਗਏ ਹਾਂ, ਕਿਉਂਕਿ ਜੋ ਇਹ ਸੱਚ ਹੈ, ਦਾਨੀਏਲ ਨੇ ਇਹ ਗੱਲਾਂ ਕਰਮ ਅਨੁਸਾਰ ਕਹੀਆਂ ਹੀ ਨਹੀਂ। ਇਸ ਕਿਤਾਬ ਦਾ ਪਹਿਲਾ ਭਾਗ ਇਤਿਹਾਸਕ ਹੈ ਅਤੇ ਦੂਜਾ ਭਾਗ ਭਵਿੱਖਬਾਣੀ ਹੈ। ਜੇ ਤੁਸੀਂ ਇਸ ਕਿਤਾਬ ਨੂੰ ਧਿਆਨ ਨਾਲ ਪੜ੍ਹੋ, ਤਾਂ ਸ਼ੁਰੂ ਵਿੱਚ ਹੀ ਜੋ ਅਧਿਆਏ ਹਨ ਉਹ ਆਪ ਹੀ ਦੱਸ ਦਿੰਦੇ ਹਨ ਕਿ ਕਿਹੜੀ ਗੱਲ ਕਿੱਥੇ ਜਾਪਦੀ ਹੈ।
ਜਿਸ ਤਰ੍ਹਾਂ ਹੀ ਤੁਸੀਂ ਆਪਣੀ ਬਾਈਬਲ 9ਵੇਂ ਅਧਿਆਇ ਵਿੱਚ ਖੋਲ੍ਹਦੇ ਹੋ ਤਾਂ ਪਤਾ ਲੱਗ ਜਾਂਦਾ ਹੈ ਕਿ ਅਸੀਂ ਮਾਦੀ ਫਾਰਸੀ ਰਾਜ ਵਿੱਚ ਹਾਂ। ਕਿਉਂ ਜੋ ਇਹ ਦਾਰਾ ਦਾ ਪਹਿਲਾ ਸਾਲ ਹੈ, ਜੋ ਅਹਸ਼ਵਰੋਸ਼ ਦਾ ਪੁੱਤਰ ਹੈ, ਮਾਦੀਆ ਦਾ ਵੰਸ਼ ਹੈ, ਜਿਸ ਨੂੰ ਕਸਦੀਆਂ ਦੇ ਉੱਪਰ ਰਾਜਾ ਬਣਾਇਆ ਗਿਆ ਹੈ। ਉਸ ਦੇ ਰਾਜ ਦੇ ਪਹਿਲੇ ਸਾਲ ਦਾਨੀਏਲ ਨੇ ਇਹ ਪ੍ਰਾਰਥਨਾ ਕੀਤੀ। ਪੂਰੀ ਕਿਤਾਬ ਵਿੱਚ 8ਵੇਂ ਅਧਿਆਏ ਦੇ ਬਾਅਦ ਕੁਝ ਵੀ ਕਰਮ ਅਨੁਸਾਰ ਨਹੀਂ ਹੈ। ਜੇ ਅਸੀਂ ਚਾਹੀਏ ਇਸ ਗੱਲ ਨੂੰ ਉਸ ਦੇ ਨਾਲ ਸਮਝੀਏ ਤਾਂ ਲੱਗਦਾ ਹੈ ਕਿ ਇਹ ਤਾਂ 6ਵੇਂ ਅਧਿਆਏ ਨਾਲ ਠੀਕ ਲੱਗਦੀ ਹੈ। ਜੇ ਤੁਸੀਂ 6ਵੇਂ ਅਧਿਆਏ ਨੂੰ ਵੇਖੋ ਤਾਂ ਸ਼ੁਰੂਆਤ ਵਿੱਚ ਹੀ ਸਾਨੂੰ ਦੱਸਿਆ ਗਿਆ ਹੈ। ਦਾਰਾ ਨੂੰ ਚੰਗਾ ਲੱਗਾ ਜੋ ਉਸ ਰਾਜ ਉੱਤੇ 120 ਮਨਸਬਦਾਰ ਠਹਿਰਾਈਏ ਜੋ ਕੁੱਲ ਰਾਜ ਦੇ ਸਰਦਾਰੀ ਕਰਨ, ਅਤੇ ਵੇਖਦੇ ਹਾਂ ਕਿ ਦਾਨੀਏਲ ਨੂੰ ਦਾਰਾ ਦੇ ਰਾਜ ਵਿੱਚ ਜੋ ਮਾਤੀ ਸੀ ਪ੍ਰਮੁੱਖ ਬਣਾ ਦਿੱਤਾ ਗਿਆ। ਅਤੇ ਹੁਣ ਅਸੀਂ 9ਵੇਂ ਅਧਿਆਏ ਵਿੱਚ ਆਉਂਦੇ ਹਾਂ ਅਤੇ ਦਾਨੀਏਲ ਆਖਦਾ ਹੈ, ਦਾਰਾ ਦੇ ਰਾਜ ਦੇ ਪਹਿਲੇ ਬਰੇ ਮੈਂ ਇਹ ਪ੍ਰਾਰਥਨਾ ਕੀਤੀ। ਇਸ ਲਈ ਅਧਿਆਏ 9 6ਵੇਂ ਅਧਿਆਏ ਨਾਲ ਮੇਲ ਖਾਤਾ ਹੈ। ਅਸੀਂ ਹੁਣ ਅੱਗੇ ਜਾਣ ਤੋਂ ਪਹਿਲਾਂ ਦੋਹਾਂ ਅਧਿਆਇਆਂ ਵਿੱਚ ਆਪਸੀ ਸੰਬੰਧ ਵੇਖਣ ਜਾ ਰਹੇ ਹਾਂ। ਆਤਮਿਕ ਤੌਰ ਤੇ ਦਾਨੀਏਲ ਦੀ ਕਿਤਾਬ ਦਾ 9ਵਾਂ ਅਧਿਆਇ ਪੁਰਾਣੇ ਨੇਮ ਵਿੱਚ ਇੱਕ ਮਹਾਨ ਪ੍ਰਾਰਥਨਾ ਹੈ। ਸਾਰ ਵਿੱਚ ਇਹ ਮੱਤੀ 6 ਅਤੇ ਯਹੂਨਾ 17 ਨਾਲ ਮੇਲ ਖਾਂਦਾ ਹੈ। ਇਹ ਬਾਈਬਲ ਵਿੱਚ ਸੱਚਮੁੱਚ ਇੱਕ ਮਹਾਨ ਪ੍ਰਾਰਥਨਾ ਹੈ। ਇਹ ਤਾਂ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਰੇਗਿਸਤਾਨ ਵਿੱਚ ਇੱਕ ਸੁਹਾਵਣੀ ਥਾਂ। ਅਸੀਂ ਭਰਪੂਰ ਕੋਸ਼ਿਸ਼ ਕਰ ਰਹੇ ਹਾਂ ਕਿ ਅਧਿਆਇ 7 ਅਤੇ 8 ਵਿੱਚ ਬਿਆਨ ਭਵਿੱਖਬਾਣੀ ਦੀ ਸੱਚਾਈ ਦੀ ਗੁੱਥੀ ਨੂੰ ਸੁਲਝਾ ਲਈਏ ਜੋ ਮਸੀਹ ਵਿਰੋਧੀ ਦੇ ਬਾਰੇ ਹੈ। ਅਸੀਂ ਉਹ ਸੱਚਾਈ ਜਾਣ ਚੁੱਕੇ ਹਾਂ ਜੋ ਆਉਣ ਵਾਲੇ ਕਰੜੇ ਮੂੰਹ ਦੇ ਰਾਜਾ ਦੇ ਬਾਰੇ ਹੈ, ਅਤੇ ਅਸੀਂ ਵੇਖ ਚੁੱਕੇ ਹਾਂ ਜੋ ਕਲੇਸ਼ ਦੇ ਸਮੇਂ ਰਾਜ ਕਰੇਗਾ। ਅਸੀਂ ਇਤਿਹਾਸਕ ਮਨੁੱਖ ਸਿਕੰਦਰ ਅਤੇ ਅਥਿਯੋਕ ਨੂੰ ਵੇਖਿਆ, ਅਤੇ ਅਸੀਂ ਵੇਖਿਆ ਕਿ ਭਵਿੱਖ ਵਿੱਚ ਇਹ ਦੋਵੇਂ ਹੀ ਜੁੜ ਜਾਣਗੇ, ਅਤੇ ਅਸੀਂ ਸਾਰੇ ਇਸ ਭਵਿੱਖਬਾਣੀ ਨਾਲ ਲਿਪਟੇ ਹੋਏ ਹਾਂ। ਤਦ ਅਚਾਨਕ ਅਸੀਂ 9ਵੇਂ ਅਧਿਆਏ ਵਿੱਚ ਆ ਜਾਂਦੇ ਹਾਂ, ਅਤੇ ਅਸੀਂ 9ਵੀਂ ਐਤ ਦੇ ਸਾਰ ਵਿੱਚ ਜੋ ਪ੍ਰਾਰਥਨਾ ਹੈ। ਜੇ ਹੁਣ ਮੈਂ ਤੁਹਾਡੇ ਕੋਲੋਂ ਪੁੱਛਾਂ ਕਿ ਦਾਨੀਏਲ ਦੀ ਕਿਤਾਬ ਦਾ 9ਵਾਂ ਅਧਿਆਏ ਮਹਾਨ ਕਿਉਂ ਹੈ, ਅਤੇ ਜੇ ਤੁਸੀਂ ਬਾਈਬਲ ਦੇ ਬਾਰੇ ਕੁਝ ਜਾਣਦੇ ਹੋ ਅਤੇ ਇਤਿਹਾਸ ਦੇ ਬਾਰੇ ਵੀ, ਤਾਂ ਤੁਸੀਂ ਮੈਨੂੰ ਆਖੋਗੇ ਕਿ ਇਹ ਮਹਾਨ ਇਸ ਲਈ ਹੈ ਕਿਉਂ ਜੋ ਇਹ 70 ਹਫ਼ਤੇ ਦੀ ਭਵਿੱਖਬਾਣੀ ਨੂੰ ਬਿਆਨ ਕਰਦਾ ਹੈ ਜੋ 9ਵੇਂ ਅਧਿਆਏ ਵਿੱਚ ਦਰਜ ਹੈ, ਐਤ 20 ਤੇ 24। ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਇੱਕ ਗੱਲ ਵੱਲ ਧਿਆਨ ਦੇਵੋ। ਭਵਿੱਖਬਾਣੀ ਜਿਸ ਨੇ ਇਸ ਅਧਿਆਏ ਨੂੰ ਪ੍ਰਸਿੱਧੀ ਦਵਾਈ ਹੈ, ਉਹ ਉਸ ਤੋਂ 2 ਗੁਣਾ ਥੱਲੇ ਹੈ। ਕਿਸ ਤੋਂ? ਪ੍ਰਾਰਥਨਾ ਜੋ ਕੀਤੀ ਗਈ ਹੈ। ਮੈਂ ਪੂਰੀ ਤਰ੍ਹਾਂ ਵਿਸ਼ਵਾਸ ਕਰਦਾ ਹਾਂ ਕਿ ਅਸੀਂ ਭਵਿੱਖਬਾਣੀ ਨੂੰ ਅਤੇ ਇਸ ਦੀ ਮਹੱਤਤਾ ਨੂੰ ਨਹੀਂ ਸਮਝ ਸਕਦੇ ਜੋ 20ਵੀਂ ਐਤ ਤੋਂ ਸ਼ੁਰੂ ਹੁੰਦੀ ਹੈ, ਜਦ ਤੱਕ ਅਸੀਂ ਪ੍ਰਾਰਥਨਾ ਵਿੱਚ ਨਹੀਂ ਜਾਂਦੇ ਜੋ ਐਤ 1 ਤੋਂ 19 ਤੱਕ ਕੀਤੀ ਗਈ ਹੈ। ਜਿਸ ਤਰ੍ਹਾਂ ਦਾਨੀਏਲ ਪਹਿਲੇ ਪ੍ਰਾਰਥਨਾ ਕਰ ਰਿਹਾ ਹੈ, ਤਦ ਉਹ ਭਵਿੱਖ ਲਈ ਭਵਿੱਖਬਾਣੀ ਲਿਖ ਰਿਹਾ ਹੈ। ਹੁਣ ਅਸੀਂ ਪ੍ਰਾਰਥਨਾ ਨੂੰ ਪੜ੍ਹਨ ਜਾ ਰਹੇ ਹਾਂ। ਜ਼ਰੂਰੀ ਨਹੀਂ ਕਿ ਪ੍ਰਾਰਥਨਾ ਦੇ ਬਾਰੇ ਨਿਰਦੇਸ਼ ਵੇਖ ਰਹੇ ਹਾਂ। ਇਹ ਗੱਲ ਨਹੀਂ ਹੈ। ਇਹ ਤਾਂ ਪ੍ਰਾਰਥਨਾ ਦੀ ਵਿਆਖਿਆ ਹੈ। ਇਹ ਪ੍ਰਾਰਥਨਾ ਲਈ ਉਪਦੇਸ਼ ਨਹੀਂ ਹੈ। ਇਹ ਤਾਂ ਇੱਕ ਉਦਾਹਰਣ ਹੈ ਕਿ ਪ੍ਰਾਰਥਨਾ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਅਸਲ ਵਿੱਚ ਮੈਂ ਵੇਖਿਆ ਕਿ ਅਸੀਂ ਪ੍ਰਾਰਥਨਾ ਦੀ ਮਹੱਤਤਾ ਨੂੰ ਸਹੀ ਤਰੀਕੇ ਨਾਲ ਨਹੀਂ ਲੈਂਦੇ। ਅਸੀਂ ਬਹੁਤ ਸਾਰੀਆਂ ਪ੍ਰਾਰਥਨਾ ਕਰਦੇ ਹਾਂ ਅਤੇ ਚਾਹੁੰਦੇ ਹਾਂ ਕਿ ਪਰਮੇਸ਼ਰ ਉਹਨਾਂ ਨੂੰ ਉਸ ਤਰ੍ਹਾਂ ਹੀ ਪੂਰੀਆਂ ਕਰ ਦੇਵੇ। ਅਸੀਂ ਕਦੇ ਗੌਰ ਨਹੀਂ ਕਰਦੇ ਕਿ ਸਾਨੂੰ ਪ੍ਰਾਰਥਨਾ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ। ਇਹ ਗੱਲ ਨਵੇਂ ਨੇਮ ਵਿੱਚ ਵੀ ਸੱਚ ਹੈ, ਅਤੇ ਇਹ ਇਸ ਪੁਰਾਣੇ ਨੇਮ ਵਿੱਚ ਵੀ ਸੱਚ ਹੈ। ਦਾਨੀਏਲ ਦੀ ਪ੍ਰਾਰਥਨਾ ਅਦਭੁਤ ਹੈ, ਅਤੇ ਅਸੀਂ ਉਸ ਦੀ ਪ੍ਰਾਰਥਨਾ ਵਿੱਚ ਸਿੱਖਣ ਜਾ ਰਹੇ ਹਾਂ ਕਿ ਪ੍ਰਾਰਥਨਾ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਅਸੀਂ ਸਾਰੇ ਤਰੀਕੇ ਇੱਕ ਦਿਨ ਵਿੱਚ ਤਾਂ ਨਹੀਂ ਸਿੱਖ ਸਕਦੇ, ਪਰ 2 ਜਾਂ 3 ਨੇਮ ਤਾਂ ਸਿੱਖ ਸਕਦੇ ਹਾਂ ਜਿਨ੍ਹਾਂ ਦੀ ਵਿਆਖਿਆ ਮੈਂ ਕਰਨ ਜਾ ਰਿਹਾ ਹਾਂ। ਸਾਡੀ ਪ੍ਰਾਰਥਨਾ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਨੰਬਰ 1, ਜੀਵਨ ਬਦਲਣ ਵਾਲੀ ਪ੍ਰਾਰਥਨਾ ਪਰਮੇਸ਼ਰ ਦੇ ਵਚਨ ਨਾਲ ਹੁੰਦੀ ਹੈ। ਸਭ ਤੋਂ ਪਹਿਲੀ ਚੀਜ਼ ਜੋ ਮੈਂ ਦੱਸਣਾ ਚਾਹੁੰਦਾ ਹਾਂ, ਉਸ ਵੱਲ ਧਿਆਨ ਦੇਵੋ। ਜਦ ਅਸੀਂ ਦਾਨੀਏਲ ਦੀ ਪ੍ਰਾਰਥਨਾ ਨੂੰ ਪੜ੍ਹਦੇ ਹਾਂ ਤਾਂ ਵੇਖਦੇ ਹਾਂ ਇਹ ਪ੍ਰਾਰਥਨਾ ਪਰਮੇਸ਼ਰ ਦੇ ਵਚਨ ਨੂੰ ਲੈ ਕੇ ਕੀਤੀ ਗਈ ਹੈ। ਨੇਮ ਨੰਬਰ 1, ਜੀਵਨ ਬਦਲਣ ਵਾਲੀ ਪ੍ਰਾਰਥਨਾ। ਪ੍ਰਭਾਵਸ਼ਾਲੀ ਪ੍ਰਾਰਥਨਾ ਹਮੇਸ਼ਾ ਉਹ ਪ੍ਰਾਰਥਨਾ ਹੁੰਦੀ ਹੈ ਜੋ ਪਰਮੇਸ਼ਰ ਦੇ ਵਚਨ ਨੂੰ ਲੈ ਕੇ ਕੀਤੀ ਜਾਂਦੀ ਹੈ।
ਧਿਆਨ ਦੇਵੋ ਕਿ ਦਾਨੀਏਲ ਕੀ ਆਖਦਾ ਹੈ। ਉਸ ਦੇ ਰਾਜ ਦੇ ਪਹਿਲੇ ਵਰ੍ਹੇ ਵਿੱਚ ਮੈਂ ਦਾਨੀਏਲ ਨੇ ਪੋਥੀਆਂ ਵਿੱਚੋਂ ਉਹਨਾਂ ਵਰ੍ਹਿਆਂ ਦਾ ਲੇਖਾ ਜਾਣਿਆ ਜਿਨ੍ਹਾਂ ਲਈ ਯਹੋਵਾ ਦੀ ਬਾਣੀ ਜ਼ਰਮੀਆ ਨਬੀ ਨੂੰ ਆਈ ਸੀ। ਭਾਈ ਯਰੂਸ਼ਲਮ ਦੇ ਉਜਾੜਨ ਦੇ 70 ਵਰ੍ਹੇ ਪੂਰੇ ਹੋਣ ਤਦ ਮੈਂ ਆਪਣਾ ਮੂੰਹ ਪ੍ਰਭੂ ਪਰਮੇਸ਼ਰ ਵੱਲ ਕੀਤਾ। ਦਾਨੀਏਲ 9 ਅਧਿਆਏ 2 ਤੇ 3 ਵਚਨ। ਹੁਣ ਜਦ ਦਾਨੀਏਲ ਦੂਜੇ ਯਹੂਦੀਆਂ ਨਾਲ ਕੈਦ ਵਿੱਚ ਹੈ, ਉਸ ਕੋਲ ਬਾਈਬਲ ਦੀ ਕਿਤਾਬ ਨਹੀਂ ਸੀ ਜਿਸ ਤਰ੍ਹਾਂ ਕਿ ਅੱਜ ਸਾਡੇ ਕੋਲ ਹੈ। ਸਭ ਤੋਂ ਪਹਿਲਾਂ ਸਪਸ਼ਟ ਹੈ ਕਿ ਉਸ ਵਕਤ ਨਵਾਂ ਨੇਮ ਨਹੀਂ ਸੀ ਅਤੇ ਪੁਰਾਣੇ ਨੇਮ ਵੀ ਪੂਰੀ ਤਰ੍ਹਾਂ ਉਪਲਬਧ ਨਹੀਂ ਸੀ। ਪਰ ਇੱਕ ਚੀਜ਼ ਜੋ ਅਸੀਂ ਜਾਣਦੇ ਹਾਂ ਉਹ ਇਹ ਹੈ, ਜਦ ਦਾਨੀਏਲ ਕੈਦ ਵਿੱਚ ਗਿਆ ਸੀ ਤੇ ਉਹ ਆਪਣੇ ਨਾਲ ਪੁਰਾਣੇ ਨੇਮ ਦਾ ਕੁਝ ਹਿੱਸਾ ਲੈ ਗਿਆ ਸੀ ਅਤੇ ਇਸ ਵਿੱਚ ਜ਼ਰਮੀਆ ਨਬੀ ਦੀ ਵੀ ਲਿਖਤ ਸੀ ਅਤੇ ਕੁਝ ਹਿੱਸਾ ਬਿਰਲਾਪ ਗੀਤ ਦਾ ਵੀ ਸੀ। ਬੰਦਕ ਬਣਾਏ ਜਾਣ ਤੋਂ ਪਹਿਲਾਂ ਉਸ ਸਮੇਂ ਜ਼ਰਮੀਆ ਯਹੂਦਾ ਦੇ ਲੋਕਾਂ ਉੱਪਰ ਜ਼ਰਮੀਆ ਨਬੀ ਦੀ ਸੇਵਕਾਈ ਸੀ। ਉਹ ਪਹਿਲਾ ਨਬੀ ਸੀ ਜਿਸ ਨੇ ਲੋਕਾਂ ਨੂੰ ਆਵਾਜ਼ ਦਿੱਤੀ ਸੀ ਕਿ ਪਰਮੇਸ਼ਰ ਦਾ ਨਿਆਂ ਆਉਣ ਤੋਂ ਪਹਿਲਾਂ ਪਛਤਾਪ ਕਰ ਲਵੋ। ਕਈ ਸਾਲ ਪਹਿਲਾਂ ਯਸ਼ਾਇਆ ਨਬੀ ਨੇ ਵੀ ਇਸ ਬਾਰੇ ਭਵਿੱਖਬਾਣੀ ਕੀਤੀ ਸੀ ਅਤੇ ਉਹਨਾਂ ਨੇ ਉਸ ਦੀ ਵੀ ਨਹੀਂ ਸੁਣੀ। ਪਰ ਆਖਰੀ ਵੇਲੇ ਵੀ ਜ਼ਰਮੀਆ ਨੇ ਉਹਨਾਂ ਦੇ ਪਾਪ ਲਈ ਆਵਾਜ਼ ਦਿੱਤੀ ਅਤੇ ਉਹਨਾਂ ਨੂੰ ਪਛਤਾਪ ਕਰਨ ਲਈ ਆਖਿਆ, ਪਰ ਉਹਨਾਂ ਤੇ ਕੋਈ ਅਸਰ ਨਾ ਹੋਇਆ ਅਤੇ ਉਹਨਾਂ ਨੂੰ ਬੰਦਕ ਬਣਾ ਕੇ ਕੈਦ ਵਿੱਚ ਲਿਜਾਇਆ ਗਿਆ। ਮੈਂ ਵਿਸ਼ਵਾਸ ਕਰ ਸਕਦਾ ਹਾਂ ਜਦ ਦਾਨੀਏਲ 85 ਸਾਲ ਦੇ ਆਸ-ਪਾਸ ਹੋਵੇਗਾ, ਉਹ ਜ਼ਰਮੀਆ ਦੀ ਕਿਤਾਬ ਦੇ ਬਾਰੇ ਆਦਰ ਭਾਵ ਰੱਖਦਾ ਸੀ ਅਤੇ ਜਦ ਉਸਨੇ ਕੁਝ ਪੜ੍ਹਿਆ ਤੇ ਖੁਸ਼ੀ ਨਾਲ ਝੂਮ ਉੱਠਿਆ, ਕਿਉਂ ਜੋ ਉਸ ਲਿਖਤ ਨੇ ਉਸ ਦੇ ਦਿਲ ਨੂੰ ਛੂ ਲਿਆ ਸੀ, ਜਿਸ ਦੇ ਬਾਰੇ ਅਸੀਂ ਪਹਿਲੀ 19 ਐਤ ਵਿੱਚ ਪੜ੍ਹਨ ਜਾ ਰਹੇ ਹਾਂ। ਮੈਂ ਜੋ ਜਾਣਦਾ ਹਾਂ ਉਹ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਪ੍ਰਾਰਥਨਾ ਕਰਨ ਤੋਂ ਪਹਿਲਾਂ ਦਾਨੀਏਲ ਦੇ ਮਨ ਵਿੱਚ ਸ਼ਰਧਾ ਭਰ ਗਈ ਸੀ। ਮੈਂ ਤੁਹਾਨੂੰ ਵਿਖਾਉਣਾ ਚਾਹੁੰਦਾ ਹਾਂ ਕਿ ਇਹ ਕਿਸ ਤਰ੍ਹਾਂ ਸੀ। ਤੁਸੀਂ ਆਪਣੀ ਬਾਈਬਲ ਵਿੱਚ ਜ਼ਰਮੀਆ 25 ਨੂੰ ਖੋਲੋ। ਜਿਸ ਤਰ੍ਹਾਂ ਹੀ ਦਾਨੀਏਲ ਨੇ ਪਰਮੇਸ਼ਰ ਨਾਲ ਸਮੇਂ ਬਿਤਾਉਣ ਲਈ ਇਹ ਪੰਨਾ ਖੋਲ੍ਹਿਆ, ਉਹ ਸ਼ਰਧਾ ਨਾਲ ਭਰ ਚੁੱਕਾ ਸੀ ਅਤੇ ਉਸਨੇ ਜ਼ਰਮੀਆ ਦੀ ਕਿਤਾਬ ਦਾ 25ਵਾਂ ਅਧਿਆਏ ਅਤੇ 8 ਤੋਂ ਪੜ੍ਹਨਾ ਸ਼ੁਰੂ ਕੀਤਾ। ਮੈਂ ਜਾਣਦਾ ਹਾਂ ਜੋ ਦਾਨੀਏਲ ਪੜ੍ਹ ਰਿਹਾ ਸੀ। ਸੋ ਸੈਨਾ ਦਾ ਯਹੋਵਾ ਇਉਂ ਫਰਮਾਉਂਦਾ ਹੈ, ਇਸ ਲਈ ਕਿ ਤੁਸਾਂ ਮੇਰੀਆਂ ਗੱਲਾਂ ਨਹੀਂ ਸੁਣੀਆਂ, ਯਹੋਵਾ ਦਾ ਵਾਕ ਹੈ। ਮੈਂ ਉੱਤਰ ਪਾਸੇ ਦੇ ਸਾਰੇ ਟੱਬਰਾਂ ਨੂੰ ਅਤੇ ਆਪਣੇ ਟਹਿਲੂਓਂ ਬਾਬਲ ਦੇ ਪਾਤਸ਼ਾਹ ਨਬੂਕਦਨੇਜ਼ਰ ਨੂੰ ਸਦਵਾ ਘੱਲਾਂਗਾ। ਮੈਂ ਉਹਨਾਂ ਨੂੰ ਇਸ ਦੇਸ਼ ਦੇ ਵਿਰੁੱਧ, ਉਹਦੇ ਵਾਸੀਆਂ ਦੇ ਵਿਰੁੱਧ ਅਤੇ ਉਹਨਾਂ ਸਾਰੀਆਂ ਕੌਮਾਂ ਦੇ ਵਿਰੁੱਧ ਜਿਹੜੀਆਂ ਆਲੇ ਦੁਆਲੇ ਹਨ ਚੜਾ ਲਿਆਵਾਂਗਾ ਅਤੇ ਉਹਨਾਂ ਨੂੰ ਮੁੱਲੋ ਮੁੱਢ ਨਾਸ਼ ਕਰ ਦੇਵਾਂਗਾ। ਇੱਕ ਹੋਲ ਨੱਕ ਚੜਾਉਣ ਦਾ ਕਾਰਨ ਅਤੇ ਸਦਾ ਦੀ ਵੀਰਾਨੀ ਬਣਾ ਦਿਆਂਗਾ। ਨਾਲੇ ਮੈਂ ਉਹਨਾਂ ਵਿੱਚੋਂ ਖੁਸ਼ੀ ਦੀ ਆਵਾਜ਼, ਆਨੰਦ ਦੀ ਆਵਾਜ਼, ਲਾੜੇ ਦੀ ਆਵਾਜ਼, ਚੱਕੀਆਂ ਦਾ ਸ਼ੋਰ ਅਤੇ ਬੱਤੀਆਂ ਦੀ ਲੋ ਮਿਟਾ ਦਿਆਂਗਾ ਅਤੇ ਇਹ ਸਾਰਾ ਦੇਸ਼ ਵੀਰਾਨ ਅਤੇ ਉਜਾੜ ਹੋ ਜਾਵੇਗਾ ਅਤੇ ਕੌਮਾਂ 70 ਵਰ੍ਹਿਆਂ ਤੱਕ ਬਾਬਲ ਦੇ ਪਾਤਸ਼ਾਹ ਦੀ ਟਹਿਲ ਕਰਨਗੀਆਂ। ਜ਼ਰਮੀਆ 25 ਅਧਿਆਏ 8 ਵਚਨ ਤੋਂ ਲੈ ਕੇ 11 ਵਚਨ ਤੱਕ। ਕੀ ਦਾਨੀਏਲ ਇਸ ਦੇ ਬਾਰੇ ਕੁਝ ਜਾਣਦਾ ਸੀ? ਦਾਨੀਏਲ ਨੂੰ ਬਾਬਲ ਵਿੱਚ ਆਏ 70 ਸਾਲ ਬੀਤ ਚੁੱਕੇ ਸੀ। ਇਹਨਾਂ ਸਾਲਾਂ ਵਿੱਚ ਦਾਨੀਏਲ ਦੂਜੇ ਲੋਕਾਂ ਨਾਲ ਮਿਲ ਕੇ ਰੋਂਦਾ ਰਿਹਾ, ਪਰ 70 ਸਾਲ ਦੀ ਗੱਲ ਭਵਿੱਖਬਾਣੀ ਦਾ ਹਿੱਸਾ ਨਹੀਂ ਸੀ ਜੋ ਦਾਨੀਏਲ ਦਾ ਧਿਆਨ ਉਸ ਵੱਲ ਜਾਂਦਾ। ਪਿਆਰੇ ਦਰਸ਼ਕੋ, ਅਸੀਂ ਤੁਹਾਡਾ ਸਭਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹੇ। ਦੋਸਤੋ, ਅੱਜ ਅਸੀਂ ਦਾਨੀਏਲ ਨਬੀ ਦੇ 9 ਅਧਿਆਏ ਦਾ ਅਧਿਐਨ ਕਰ ਰਹੇ ਸੀ। ਅਸੀਂ ਜਾਣਿਆ ਕਿ ਦਾਨੀਏਲ ਦੀ ਪੁਸਤਕ ਦੇ ਵਿੱਚ ਇਹ ਅਧਿਆਏ ਇਸ ਦੀ ਪੂਰੀ ਪੁਸਤਕ ਦਾ ਸਭ ਤੋਂ ਵੱਡਾ ਅਧਿਆਇ ਹੈ। ਇਹ ਅਧਿਆਇ ਬਹੁਤ ਹੀ ਮਹੱਤਵਪੂਰਨ ਅਧਿਆਇ ਹੈ। ਅਸੀਂ ਜਾਣਿਆ ਕਿ ਦਾਨੀਏਲ ਨਬੀ ਦੀ ਪੁਸਤਕ ਕ੍ਰਮਵਾਰ ਨਹੀਂ ਹੈ। ਇਸ ਦਾ ਇੱਕ ਭਾਗ ਇਤਿਹਾਸਿਕ ਹੈ ਅਤੇ ਦੂਜਾ ਭਾਗ ਭਵਿੱਖਬਾਣੀ ਹੈ। ਅਸੀਂ ਜਾਣਿਆ ਕਿ ਪੂਰੀ ਪੁਸਤਕ ਦੇ ਵਿੱਚ 8ਵੇਂ ਅਧਿਆਇ ਤੋਂ ਬਾਅਦ ਕੁਝ ਵੀ ਕ੍ਰਮ ਅਨੁਸਾਰ ਨਹੀਂ ਹੈ। ਅੱਜ ਅਸੀਂ ਜੀਵਨ ਬਦਲਣ ਵਾਲੀ ਪ੍ਰਾਰਥਨਾ ਦੇ ਵਿਸ਼ੇ ਤੇ ਗੱਲਬਾਤ ਕਰ ਰਹੇ ਸੀ। ਇਹ ਅਧਿਆਇ ਦੱਸਦਾ ਹੈ ਕਿ ਹੁਣ ਬਾਬੁਲ ਦੇ ਉੱਤੇ ਰਾਜੇ ਦਾਰਾ ਦਾ ਰਾਜ ਸੀ ਅਤੇ ਉਹਦੇ ਰਾਜ ਦੇ ਸਮੇਂ ਦੇ ਵਿੱਚ ਦਾਨੀਏਲ ਨੇ ਜੋ ਪ੍ਰਾਰਥਨਾ ਕੀਤੀ, ਅਸੀਂ ਉਸ ਪ੍ਰਾਰਥਨਾ ਦੀ ਵਿਆਖਿਆ ਕਰ ਰਹੇ ਸੀ। ਅਸੀਂ ਜਾਣਿਆ ਕਿ ਇਹ ਪੁਰਾਣੇ ਨੇਮ ਦੇ ਵਿੱਚ ਇੱਕ ਮਹਾਨ ਪ੍ਰਾਰਥਨਾ ਹੈ।
ਇਸ ਪ੍ਰਾਰਥਨਾ ਨੂੰ ਇਸ ਲਈ ਮਹਾਨ ਕਿਹਾ ਜਾਂਦਾ ਹੈ ਕਿਉਂਕਿ ਇਹ 70 ਹਫ਼ਤਿਆਂ ਦੀ ਭਵਿੱਖਬਾਣੀ ਨੂੰ ਬਿਆਨ ਕਰਦੀ ਹੈ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਜਾਣਿਆ ਕਿ ਦਾਨੀਏਲ ਨਬੀ ਦੀ ਪ੍ਰਾਰਥਨਾ ਇੱਕ ਅਦਭੁਤ ਪ੍ਰਾਰਥਨਾ ਸੀ। ਇਹ ਸਾਡੇ ਸਾਰਿਆਂ ਦੇ ਲਈ ਇੱਕ ਉੱਚੇ ਦਰਜੇ ਦਾ ਉਦਾਹਰਣ ਹੈ ਕਿਉਂਕਿ ਸਾਨੂੰ ਪ੍ਰਾਰਥਨਾ ਕਿਵੇਂ ਕਰਨੀ ਚਾਹੀਦੀ ਹੈ। ਅਸੀਂ ਜਾਣਿਆ ਕਿ ਪ੍ਰਾਰਥਨਾ ਜੀਵਨ ਨੂੰ ਵਧਾਉਣ ਵਾਲੀ ਹੁੰਦੀ ਹੈ ਅਤੇ ਕੋਈ ਵੀ ਪ੍ਰਾਰਥਨਾ ਉਦੋਂ ਹੀ ਪ੍ਰਭਾਵਸ਼ਾਲੀ ਹੁੰਦੀ ਹੈ ਜਦੋਂ ਉਹ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਹੁੰਦੀ ਹੈ। ਦੋਸਤੋ, ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਹੁਣ ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਹੁਣ ਸਾਨੂੰ ਇਜਾਜ਼ਤ ਦਿਓ, ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਮੁਲਾਕਾਤ ਕਰਾਂਗੇ। ਆਓ ਪ੍ਰਾਰਥਨਾ ਕਰੀਏ। ਸਾਡੇ ਅਨੁਗ੍ਰਹਿਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਕਿ ਅੱਜ ਪ੍ਰਭੂ ਜੀ ਤੁਸੀਂ ਆਪਣੇ ਵਚਨਾਂ ਦੇ ਦੁਆਰਾ ਗੱਲਬਾਤ ਕਰਦੇ ਹੋਏ ਸਾਨੂੰ ਪ੍ਰਭੂ ਪ੍ਰਾਰਥਨਾ ਦੇ ਮਹੱਤਵ ਬਾਰੇ ਦੱਸਿਆ। ਪ੍ਰਭੂ ਜੀ ਤੁਸੀਂ ਦੱਸਿਆ ਕਿ ਦਾਨੀਏਲ ਦੀ ਇਹ ਪ੍ਰਾਰਥਨਾ ਇੱਕ ਮਹਾਨ ਪ੍ਰਾਰਥਨਾ ਹੈ ਕਿਉਂਕਿ ਇਹ ਪ੍ਰਾਰਥਨਾ 70 ਹਫ਼ਤਿਆਂ ਦੇ ਉਸ ਦੁੱਖ ਬਾਰੇ ਦੱਸਦੀ ਹੈ ਜੋ ਕਿ ਆਉਣ ਵਾਲਾ ਹੈ। ਪਿਤਾ ਪਰਮੇਸ਼ਰ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਕਿ ਤੁਸੀਂ ਪ੍ਰਭੂ ਆਪਣੇ ਵਚਨ ਦੇ ਅਨੁਸਾਰ ਹੋਣ ਵਾਲੀ ਪ੍ਰਾਰਥਨਾ ਨੂੰ ਸੁਣਦੇ ਹੋ। ਪ੍ਰਭੂ ਅੱਜ ਦੇ ਵਚਨ ਦੇ ਅਨੁਸਾਰ ਅਸੀਂ ਇਸੇ ਗੱਲ ਨੂੰ ਹੀ ਸਿੱਖਿਆ ਪਿਤਾ ਪਰਮੇਸ਼ਰ ਕਿ ਜੋ ਪ੍ਰਾਰਥਨਾ ਤੁਹਾਡੇ ਵਚਨ ਦੇ ਅਨੁਸਾਰ ਕੀਤੀ ਜਾਂਦੀ ਹੈ ਉਹ ਪ੍ਰਭਾਵਸ਼ਾਲੀ ਹੁੰਦੀ ਹੈ। ਪਿਤਾ ਅੱਜ ਦੇ ਵਚਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਔਰ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਜੀ ਕਿ ਤੁਸੀਂ ਸਾਨੂੰ ਹੋਰ ਜ਼ਿਆਦਾ ਬੁੱਧੀ ਔਰ ਸਮਝ ਬਖਸ਼ੋ ਤਾਂ ਕਿ ਪ੍ਰਭੂ ਜੀ ਅਸੀਂ ਤੁਹਾਡੇ ਵਚਨ ਨੂੰ ਅੱਛੀ ਤਰ੍ਹਾਂ ਸਮਝ ਸਕੀਏ ਔਰ ਉਸ ਵਚਨ ਤੋਂ ਪ੍ਰਭੂ ਜੀ ਤੁਹਾਡੀ ਇੱਛਾ ਨੂੰ ਜਾਣ ਸਕੀਏ, ਤੁਹਾਡੀ ਮਰਜ਼ੀ ਨੂੰ ਸਮਝ ਸਕੀਏ ਔਰ ਉਸ ਦੇ ਅਨੁਸਾਰ ਪ੍ਰਭੂ ਜੀ ਆਪਣੀ ਪ੍ਰਾਰਥਨਾਵਾਂ ਅਤੇ ਆਪਣੀ ਬੇਨਤੀਆਂ ਨੂੰ ਤੁਹਾਡੇ ਸਾਹਮਣੇ ਪੇਸ਼ ਕਰ ਸਕੀਏ। ਧੰਨਵਾਦ ਕਰਦੇ ਪਿਤਾ ਪਰਮੇਸ਼ਰ ਇੱਕ ਵਾਰ ਫਿਰ ਤੋਂ ਅੱਜ ਦੇ ਇਸ ਅੱਛੇ ਵਚਨ ਵਾਸਤੇ। ਯਿਸੂ ਨਾਸਰੀ ਜੀ ਦੇ ਨਾਮ 'ਚ ਇਸ ਪ੍ਰਾਰਥਨਾ ਨੂੰ ਮੰਗਦੇ ਹਾਂ, ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।